ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਸੁਖਬੀਰ ਬਾਦਲ ਤੋਂ ਐਸਆਈਟੀ ਨੇ ਕੀਤੀ ਲੰਮੀ ਪੁੱਛਗਿੱਛ, ਅਕਾਲੀਆਂ ਕਾਂਗਰਸੀਆਂ ਤੇ ਲਗਾਏ ਰਾਜਨੀਤੀਕਰਨ ਦੇ ਦੋਸ਼। ਸਿੱਧੂ ਨੇ ਸੁਖਬੀਰ ਬਾਦਲ ਨੂੰ ਪਾਈਆਂ ਭਾਜੜਾਂ, ਕਿਹਾ ਰਾਜਨੀਤੀ ਦਾ ਢਿੰਡੋਰਾ ਪਿੱਟਣ ਵਾਲਿਓ, ਹੁਣ ਤੱਕ ਪੰਜਾਬੀਆਂ ਨੂੰ ਨਹੀਂ ਮਿਲਿਆ ਇਨਸਾਫ। ਸੱਤ ਮਹੀਨੇ ਪੂਰੇ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਕੀਤਾ ਰਾਜ ਭਵਨ ਦਾ ਘਿਰਾਓ, ਕਈ ਥਾਈਂ ਮਾਹੌਲ ਤਣਾਅਪੂਰਨ। ਐਮਰਜੈਂਸੀ ਦੇ ਵਿਰੋਧ ਚ ਕਾਲਾ ਦਿਨ ਮਨਾ ਰਹੇ ਭਾਜਪਾ ਲੀਡਰਾਂ ਤੇ ਕਿਸਾਨਾਂ ਦੀ ਦਬਿਸ਼, ਭਾਜਪਾ ਲੀਡਰ ਦੀ ਭੰਨੀ ਗੱਡੀ, ਕਢਾਈਆਂ ਦੌੜਾਂ। ਭਾਜਪਾ ਲੀਡਰ ਨੇ ਕਿਸਾਨਾਂ ਨੂੰ ਦਿੱਤੀ ਸਲਾਹ, ਕਿਹਾ ਆਓ ਕਰੀਏ ਗੱਲਬਾਤ, ਛੱਡੋ ਸੰਘਰਸ਼ ਦਾ ਰਾਹ। ਹੁਣ ਖਬਰਾਂ ਵਿਸਥਾਰ ਨਾਲ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਗੋਲੀकांड ਮਾਮਲੇ ਵਿੱਚ ਐਸਆਈਟੀ ਮੂਹਰੇ ਪੇਸ਼ ਹੋਣ ਲਈ ਪਹੁੰਚੇ। ਸੁਖਬੀਰ ਸਿੰਘ ਬਾਦਲ ਤੋਂ ਐਸਆਈਟੀ ਨੇ ਲੰਮੀ ਪੁੱਛਗਿੱਛ ਕੀਤੀ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਸਾਥ ਦੇਣ ਲਈ ਸੀਨੀਅਰ ਅਕਾਲੀ ਲੀਡਰ ਵੀ ਮੌਜੂਦ ਰਹੇ। ਅਸੀਂ ਤੇ ਕੋਆਪਰੇਟ ਕਰਨ ਵਾਸਤੇ, ਭਾਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਜਿਹੜੀ ਤਾਜ਼ਾ ਸਕ੍ਰਿਪਟ, ਜਿਹੜੀ 3 ਦਿਨ ਦੀ ਟ੍ਰੇਨਿੰਗ ਕਰਾਈ ਹੈ ਇਹਨਾਂ ਨੂੰ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ, ਇਹ ਉਸ ਸਕ੍ਰਿਪਟ ਨੂੰ ਜਿਹੜਾ ਹੈਗਾ ਪੂਰਾ ਕੀਤਾ ਜਾ ਰਿਹਾ ਕਿ ਅੱਗੇ ਐਡਾ ਵੱਡਾ ਖਿਲਵਾੜ ਇੱਕ ਕੁੰਵਰ ਵਿਜੇ ਪ੍ਰਤਾਪ ਦੇ ਰਾਹੀਂ 4.5 ਸਾਲ ਐਡੇ ਗੰਭੀਰ ਮਸਲੇ ਦਾ ਖਿਲਵਾੜ ਜਿਹੜਾ ਉਹ ਕੀਤਾ ਗਿਆ। ਬੇਅਦਬੀ ਮਾਮਲੇ ਤੋਂ ਬਾਅਦ ਕੋਟਕਪੂਰਾ 'ਚ ਵਾਪਰੇ ਗੋਲੀकांड ਮਾਮਲੇ ਵਿੱਚ ਤਤਕਾਲੀਨ ਉਪ ਮੁੱਖ ਮੰਤਰੀ ਤੇ ਸੂਬੇ ਦੇ ਤਤਕਾਲੀਨ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਅੱਜ ਐਸਆਈਟੀ ਨੇ ਲੰਮੀ ਪੁੱਛਗਿੱਛ ਕੀਤੀ। ਸੁਖਬੀਰ ਬਾਦਲ ਦਾ ਸਾਥ ਦੇਣ ਲਈ ਡਾਕਟਰ ਚੀਮਾ ਸਣੇ ਅਕਾਲੀ ਦਲ ਦੇ ਲੀਡਰ ਤੇ ਵਰਕਰ ਵੀ ਪਹੁੰਚੇ, ਜਿਨ੍ਹਾਂ ਨੂੰ ਬਾਹਰ ਰੋਕ ਲਿਆ ਗਿਆ। ਇਸ ਮੌਕੇ ਡਾਕਟਰ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਵੱਲੋਂ ਰਾਜਨੀਤੀ ਕੀਤੇ ਜਾਣ ਦਾ ਦੋਸ਼ ਲਗਾਇਆ। ਜਿਵੇਂ ਐਮਰਜੈਂਸੀ ਲੱਗੀ ਹੈ, ਅਸੀਂ ਤੇ ਕੋਆਪਰੇਟ ਕਰਨ ਵਾਸਤੇ, ਭਾਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਜਿਹੜੀ ਤਾਜ਼ਾ ਸਕ੍ਰਿਪਟ ਦਿੱਲੀ 'ਚ ਲਿਖ ਕੇ ਤੇ ਜਿਹੜੀ 3 ਦਿਨ ਦੀ ਟ੍ਰੇਨਿੰਗ ਕਰਾਈ ਹੈ ਇਹਨਾਂ ਨੂੰ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ, ਇਹ ਉਸ ਸਕ੍ਰਿਪਟ ਨੂੰ ਜਿਹੜਾ ਹੈਗਾ ਪੂਰਾ ਕੀਤਾ ਜਾ ਰਿਹਾ। ਪਰ ਫਿਰ ਵੀ ਸਾਰੀ ਦੇਖੋ ਸੀਨੀਅਰ ਲੀਡਰਸ਼ਿਪ ਹੈ, ਪੀਸਫੁਲੀ ਆਪਣੇ ਲੀਡਰ ਦੇ ਨਾਲ ਚਟਾਨ ਵਾਂਗੂ ਖੜੀ ਹੈ, ਕੋਈ ਰੌਲਾ ਪਾਉਣ ਵਾਸਤੇ ਤਾਂ ਆਇਆ ਨਹੀਂ। ਲੇਕਿਨ ਫਿਰ ਵੀ ਜਿਹੜੀ ਹੈ ਰੁਕਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੁੰਦਾ। ਡੈਮੋਕ੍ਰੇਟਿਕ ਕੇਸ ਦੇ ਵਿੱਚ ਸਾਡੇ ਵੀ ਕੋਈ ਰਾਈਟਸ ਹੈ, ਕੋਈ ਕਿਸੇ ਦੇ ਕੰਮ 'ਚ ਵਿਗੜ ਨਹੀਂ ਪਾ ਰਿਹਾ। ਲੇਕਿਨ ਜੇ ਸੁਨੀਲ ਜਾਖੜ ਰਾਹੁਲ ਗਾਂਧੀ ਦੀ ਅਨਾਉਂਸਮੈਂਟ ਕਰੇਗਾ ਕਿ ਰਾਹੁਲ ਗਾਂਧੀ ਸੁਨਿਸ਼ਚਿਤ ਕਰਨਗੇ ਇਹਨਾਂ ਨੂੰ ਕਿਵੇਂ ਫੜਨਾ, ਇਹਨਾਂ ਨੂੰ ਕਿਵੇਂ ਫਰੇਮ ਕਰਨਾ, ਤਾਂ ਹੁਣ ਫਰੇਮ ਦੇ ਜਿਹੜੇ ਡਿਕਸ਼ਨਰੀ ਮਤਲਬ ਹੈ ਉਹ ਸਾਨੂੰ ਜਨਤਾ ਨੂੰ ਸਮਝਾਉਣ ਵਾਸਤੇ ਬਾਹਰ ਤਾਂ ਆਉਣਾ ਪਊਗਾ। ਇਹ ਤਾਂ ਨਹੀਂ ਕਿ ਅੱਗੇ ਐਡਾ ਵੱਡਾ ਖਿਲਵਾੜ ਇੱਕ ਕੁੰਵਰ ਵਿਜੇ ਪ੍ਰਤਾਪ ਦੇ ਰਾਹੀਂ 4.5 ਸਾਲ ਐਡੇ ਗੰਭੀਰ ਮਸਲੇ ਦਾ ਖਿਲਵਾੜ ਜਿਹੜਾ ਉਹ ਕੀਤਾ ਗਿਆ ਤੇ ਉਹ ਨੰਗਾ ਹੋਇਆ। ਤੇ ਹੁਣ ਦੂਜੀ ਸਕ੍ਰਿਪਟ ਜਿਹੜੀ ਹੈ ਦਿੱਲੀ ਫੇਰ ਬੁਲਾ ਕੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਇਹਨਾਂ ਨੂੰ ਫੜਾਤੀ। ਇਹ ਕੋਈ ਅੱਜ ਨਹੀਂ, ਇੰਦਰਾ ਗਾਂਧੀ ਦੇ ਟਾਈਮ ਤੋਂ ਇਹੀ ਕੁਝ ਚੱਲਦਾ ਹੈ, ਕੋਈ ਨਵੀਂ ਗੱਲ ਨਹੀਂ ਹੈ। ਇਸ ਕਰਕੇ ਅਕਾਲੀ ਲੀਡਰਸ਼ਿਪ ਜਾਣਦੀ ਹੈ ਇਹਨਾਂ ਨੂੰ ਚੀਜ਼ਾਂ ਨੂੰ ਕਾਊਂਟਰ ਕਿੱਦਾਂ ਕਰਨਾ। ਇਸ ਕਰਕੇ ਅਸੀਂ ਤੇ ਫਿਰ ਵੀ ਉਹਦੇ ਬਾਵਜੂਦ ਵੀ ਪੀਸਫੁਲੀ ਕੋਆਪਰੇਟ ਕਰਨ ਵਾਸਤੇ ਇੱਥੇ ਪਹੁੰਚੇ। ਤੁਹਾਨੂੰ ਦੱਸ ਦਈਏ ਕਿ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ, ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਸਣੇ ਕਈ ਵੱਡੇ ਅਧਿਕਾਰੀਆਂ ਤੇ ਰਾਜਨੀਤਿਕ ਲੀਡਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਤੇ ਹੁਣ ਸਿੱਟ ਨੇ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਦੇ ਵੀ ਬਿਆਨ ਕਲਮਬੰਦ ਕੀਤੇ ਨੇ। ਉਧਰ ਸੁਖਬੀਰ ਸਿੰਘ ਬਾਦਲ ਐਸਆਈਟੀ ਮੂਹਰੇ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਸਨ ਤਾਂ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖਾ ਤੰਜ ਕੱਸਦੇ ਹੋਏ ਬਾਦਲ ਪਰਿਵਾਰ ਨੂੰ ਰਾਜਨੀਤਿਕ ਢਿੰਡੋਰਾ ਪਿੱਟਣ ਤੇ ਜੰਮ ਕੇ ਕੋਸਿਆ।
ਬੇਅਦਬੀ ਮਾਮਲਿਆਂ ਤੋਂ ਬਾਅਦ ਕੋਟਕਪੂਰਾ 'ਚ ਹੋਏ ਗੋਲੀकांड ਮਾਮਲੇ ਵਿੱਚ ਬਣੀ ਨਵੀਂ ਐਸਆਈਟੀ ਨੇ ਜਿਉਂ ਹੀ ਸੁਖਬੀਰ ਬਾਦਲ ਨੂੰ ਤਲਬ ਕੀਤਾ ਤਾਂ ਸਿੱਧੂ ਖੇਮੇ ਵਿੱਚ ਖੁਸ਼ੀ ਦਾ ਆਲਮ ਹੈ। ਸੁਖਬੀਰ ਬਾਦਲ ਇੱਕ ਪਾਸੇ ਅੱਜ ਸਿੱਟ ਮੂਰੇ ਪੇਸ਼ ਹੋ ਰਹੇ ਨੇ ਤਾਂ ਦੂਜੇ ਪਾਸੇ ਅਕਾਲੀ ਪ੍ਰਧਾਨ ਤੇ ਸਿੱਧੂ ਨੇ ਫਿਰ ਨਿਸ਼ਾਨਾ ਲਗਾਇਆ ਹੈ। ਸਿੱਧੂ ਨੇ ਟਵੀਟ ਕਰ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ 6 ਸਾਲ ਪੂਰੇ ਹੋ ਗਏ ਨੇ ਪਰ ਪੰਜਾਬੀ ਹੁਣ ਤੱਕ ਵੀ ਇਨਸਾਫ ਉਡੀਕ ਰਹੇ ਨੇ। 4.5 ਸਾਲ ਕੈਪਟਨ ਸਰਕਾਰ ਦੇ ਵੀ ਹੋ ਗਏ ਪਰ ਹੁਣ ਤੱਕ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਤੇ ਹੁਣ ਜਦੋਂ ਇਨਸਾਫ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ, ਇਨਸਾਫ ਦਹਲੀਜ਼ ਤੇ ਹੈ ਤਾਂ ਸੁਖਬੀਰ ਬਾਦਲ ਰਾਜਨੀਤਿਕ ਢਿੰਡੋਰਾ ਕਿਉਂ ਪਿੱਟ ਰਹੇ ਨੇ। ਸਿੱਧੂ ਨੇ ਅਕਾਲੀ ਦਲ ਦੇ ਨਵੀਂ ਐਸਆਈਟੀ ਤੇ ਚੁੱਕੇ ਜਾ ਰਹੇ ਸਵਾਲਾਂ ਤੋਂ ਬਾਅਦ ਆਪਣਾ ਤਿੱਖਾ ਪ੍ਰਤੀਕਰਮ ਟਵੀਟ ਰਾਹੀਂ ਜ਼ਾਹਿਰ ਕੀਤਾ ਹੈ। ਬੀਤੇ ਦਿਨੀ ਵੱਡੇ ਬਾਦਲ ਸਾਹਿਬ ਤੋਂ ਪੁੱਛਗਿੱਛ ਕੀਤੀ ਗਈ ਸੀ ਤੇ ਹੁਣ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਔਖੇ ਅਕਾਲੀਆਂ ਤੇ ਸਿੱਧੂ ਨੇ ਵੀ ਮਿਰਚਾਂ ਭਰਿਆ ਟਵੀਟ ਕਰ ਦਿੱਤਾ ਹੈ। ਉਧਰ ਅੱਜ ਕਿਸਾਨ ਜਥੇਬੰਦੀਆਂ ਨੇ ਦਿੱਲੀ ਸਰਹੱਦਾਂ ਤੇ 7 ਮਹੀਨੇ ਪੂਰੇ ਹੋਣ ਤੇ ਦੇਸ਼ 'ਚ ਵੱਖ-ਵੱਖ ਹਿੱਸਿਆਂ ਦੇ ਵਿੱਚ ਰਾਜਪਾਲ ਭਵਨਾਂ ਦਾ ਘਿਰਾਓ ਕੀਤਾ। ਇਸ ਮੌਕੇ ਕਿਸਾਨਾਂ ਨੇ ਕੇਂਦਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਦੇਖੋ ਪੰਜਾਬ ਦਾ ਕਿਸਾਨ ਇੱਕ ਸਮੁੰਦਰ ਹੈ ਜਿਹੜਾ ਮੁਹਾਲੀ ਵਿੱਚ ਉਮੜ ਪਿਆ ਹੈ। तुरंत पीछे आ जाना है, आध घंटे बाद दोबारा करूंगा, खोल दो सारा। ਇਹ ਤਾਂ ਸਰਕਾਰ ਨੂੰ ਅੰਦਾਜ਼ਾ ਲਾਉਣਾ ਚਾਹੀਦਾ ਲੋਕਾਂ ਵਿੱਚ ਕਿੰਨਾ ਗੁੱਸਾ ਹੈ। ਖੜੇ ਨੇ ਇਹ ਅਲੱਗ ਕਿਸਮ ਦਾ ਅੰਦੋਲਨ ਹੋ ਨਿਬੜਿਆ। ਇਹ ਜਨਤਕ ਅੰਦੋਲਨ ਹੈ। ਸਰਕਾਰ ਲੋਕਾਂ ਲਈ ਹੁੰਦੀ ਹੈ, ਕਾਰਪੋਰੇਟਸ ਲਈ ਨਹੀਂ। ਅਸੀਂ ਤਾਂ 5000 ਦਾ ਇਕੱਠ ਕਰਨਾ ਸੀ। ਮੇਰਾ ਖਿਆਲ ਇਕੱਠ 20-25,000 ਬੰਦੇ ਦਾ ਇਕੱਠ ਹੋ ਗਿਆ। ਨਹੀਂ ਜੀ, ਜ਼ਿਆਦਾ ਹੋ ਗਿਆ। ਲੱਖ ਤੋਂ ਉੱਪਰ ਤਾਂ ਸੀ ਹੈ। ਮੇਰੀ ਅੱਗ ਤੋਂ ਹੀ ਬਾਹਰ ਹੈ ਫਿਰ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਸਰਹੱਦਾਂ ਤੇ 7 ਮਹੀਨੇ ਪੂਰੇ ਹੋ ਗਏ ਨੇ ਤੇ ਅੱਜ ਤੋਂ ਕਿਸਾਨਾਂ ਨੂੰ 8ਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ। ਪਰ ਹੁਣ ਤੱਕ 11 ਦੌਰ ਦੀ ਸਰਕਾਰ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਵੀ ਕਿਸਾਨਾਂ ਤੇ ਸਰਕਾਰ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਜਿਸ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਦੇਸ਼ ਭਰ 'ਚ ਰਾਜ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਤੇ ਵੱਡੀ ਗਿਣਤੀ 'ਚ ਕਿਸਾਨ ਯੂਪੀ, ਉੱਤਰਾਖੰਡ, ਪੰਜਾਬ, ਹਰਿਆਣਾ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਸਰਹੱਦਾਂ ਤੇ ਕਿਸਾਨਾਂ ਦੀ ਗਿਣਤੀ ਵਧਾਉਣ ਤੇ ਜ਼ੋਰ ਦੇ ਰਹੇ ਨੇ। ਦੇਖੋ ਪੰਜਾਬ ਦਾ ਕਿਸਾਨ ਇੱਕ ਸਮੁੰਦਰ ਹੈ ਜਿਹੜਾ ਮੁਹਾਲੀ ਵਿੱਚ ਉਮੜ ਪਿਆ ਹੈ। ਇਹ ਤਾਂ ਸਰਕਾਰ ਨੂੰ ਅੰਦਾਜ਼ਾ ਲਾਉਣਾ ਚਾਹੀਦਾ ਲੋਕਾਂ ਵਿੱਚ ਕਿੰਨਾ ਗੁੱਸਾ ਹੈ। ਪੰਜਾਬ ਇਸ ਅੰਦੋਲਨ ਦਾ ਧੁਰ ਹੈ, ਇਹਨੇ ਸਾਰਾ ਦੇਸ਼ ਜਗਾਇਆ। ਇਹ ਅਲੱਗ ਕਿਸਮ ਦਾ ਅੰਦੋਲਨ ਹੋ ਨਿਬੜਿਆ। ਇਹ ਜਨਤਕ ਅੰਦੋਲਨ ਹੈ। ਸਰਕਾਰ ਲੋਕਾਂ ਲਈ ਹੁੰਦੀ ਹੈ, ਕਾਰਪੋਰੇਟਸ ਲਈ ਨਹੀਂ। ਸਰਕਾਰ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ, ਤੁਰੰਤ ਹੱਟ ਧਰਮੀ ਛੱਡਣੀ ਚਾਹੀਦੀ ਹੈ। ਕਿ ਜੇ ਸਰਕਾਰ ਜਿੱਤ ਤੇ ਅੜੀ ਰਹੀ ਤਾਂ ਸਾਰੇ ਦੇਸ਼ ਵਿੱਚ ਆਹੀ ਹਾਲ ਹੋਏਗਾ ਔਰ ਦੇਸ਼ ਵਿੱਚ ਸ਼ਾਂਤੀ ਨਹੀਂ ਰਹਿ ਸਕਦੀ ਜਦੋਂ ਤੱਕ ਕਿਸਾਨ ਸ਼ਾਂਤ ਨਹੀਂ। ਅੱਜ ਦੇ ਇਕੱਠ ਤੋਂ ਕੀ ਸਾਬਤ ਹੁੰਦਾ ਹੈ? ਅੱਜ ਦੇ ਦਿਨ ਇੱਕ ਤਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤੇ ਇੱਕ ਤਰ੍ਹਾਂ ਦਾ ਅਸੀਂ ਉਹਦਾ ਵਿਰੋਧ ਕਰ ਰਹੇ ਹਾਂਗੇ ਜੀ। ਇੱਕ ਸਾਡੇ ਕਹਿ ਜੀਏ 7 ਮਹੀਨੇ ਦਿੱਲੀ ਦੀਆਂ ਹੱਦਾਂ ਤੇ 7 ਮਹੀਨੇ ਅੱਜ ਪੂਰੇ ਹੋ ਗਏ। ਅਸੀਂ ਇਕੱਲੇ ਪੰਜਾਬ 'ਚ ਨਹੀਂ, ਸਾਰੇ ਭਾਰਤ ਦੇ ਵਿੱਚ ਅੱਜ ਗਵਰਨਰਾਂ ਨੂੰ ਆਜ਼ਾਦ ਪੱਤਰ ਦੇ ਰਹੇ ਹਾਂ ਤੇ ਸਾਡੀ ਇੱਕ ਬੇਨਤੀ ਆ ਲੋਕਾਂ ਨੂੰ, ਤੁਹਾਡੇ ਰਾਹੀਂ ਮੈਂ ਕਹਿਣਾ ਚਾਹੁੰਦਾ, ਅੰਦੋਲਨ ਸ਼ਾਂਤ ਰੱਖਣਾ ਹੈ। ਅੰਦੋਲਨ ਕਦੋਂ ਵੀ ਪ੍ਰਗਟਾਵਾਜੀ ਜੋ ਅੰਦੋਲਨ ਫੇਲ ਹੋ ਜਾਂਦਾ ਹੈਗਾ, ਪਰ ਅੱਜ ਸਾਰੇ ਭਾਰਤ ਦੇ ਵਿੱਚੋਂ ਸਾਰੇ ਵਿੱਚੋਂ ਮਤਲਬ ਅੱਜ ਵਧੀਆ ਹਮਾਇਤ ਮਿਲ ਰਹੀ ਹੈਗੀ, ਸੁਨੇਹੇ ਮਿਲ ਰਹੇ। ਇੱਥੇ ਮੋਬਾਈਲ ਤੇ ਆ ਰਹੀਆਂ ਖਬਰਾਂ ਬਹੁਤ ਵਧੀਆ। ਪਰ ਜਿਹੜਾ ਅੱਜ ਪੰਜਾਬ ਦਾ ਇਕੱਠ ਹੋਇਆ ਇਹ ਸਾਡੀ ਲੀਡਰਸ਼ਿਪ ਦੀ ਅੰਗ ਤੋਂ ਬਾਹਰ ਹੈ। ਅਸੀਂ ਤਾਂ 5000 ਦਾ ਇਕੱਠ ਕਰਨਾ ਸੀ। ਮੇਰਾ ਖਿਆਲ ਇਕੱਠ 20-25,000 ਬੰਦੇ ਦਾ ਇਕੱਠ ਹੋ ਗਿਆ। ਨਹੀਂ ਜੀ, ਜ਼ਿਆਦਾ ਹੋ ਗਿਆ। ਲੱਖ ਤੋਂ ਉੱਪਰ ਤਾਂ ਸੀ ਹੈ। ਮੇਰੀ ਅੱਗ ਤੋਂ ਹੀ ਬਾਹਰ ਹੈ ਫਿਰ। ਜਦੋਂ CID ਵਾਲਿਆਂ ਦੀ ਲੱਖ ਤੋਂ ਉੱਪਰ ਦੀ ਰਿਪੋਰਟ ਹੈ। ਇੱਥੇ ਤਾਂ ਪਰ ਮੈਂ ਨਾ ਇੱਕ ਬੇਨਤੀ ਕਰਨੀ ਚਾਹੁੰਦਾ ਇਹਨਾਂ ਕਿਸਾਨਾਂ ਨੂੰ, ਅੱਜ ਉਰੇ ਤਾਂ ਆ ਗਏ, ਨੇੜੇ ਪੈਂਦੀ ਆ ਵਾਟ, ਅੱਜ ਤੋਂ ਬਾਅਦ ਦਿੱਲੀ ਦੀ ਤਿਆਰੀ ਕਰ ਲੈਣ, ਉੱਥੇ ਬੈਠੇ ਡਟ ਕੇ ਲੰਮਾ ਅੰਦੋਲਨ ਚੱਲੂਗਾ। ਇਹੀ ਬੇਨਤੀ ਹੈ। ਇਸੇ ਲੜੀ 'ਚ ਕਿਸਾਨਾਂ ਨੇ ਰਾਜ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਜਿਸ ਤੇ ਪੁਲਿਸ ਨੇ ਬੈਰੀਕੇਡ ਲਗਾ ਕਿਸਾਨਾਂ ਨੂੰ ਰੋਕਣ ਦੀ ਪੂਰੀ ਵਾਹ ਲਗਾਈ।
ਇਸ ਦੌਰਾਨ ਪੁਲਿਸ ਨਾਲ ਕਿਸਾਨਾਂ ਦੀ ਜੰਮ ਕੇ ਤਕਰਾਰ ਵੀ ਦੇਖਣ ਨੂੰ ਮਿਲੀ। ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਕਸੂਤੀ ਫਸੀ ਹੈ। ਜੇਕਰ ਕਾਨੂੰਨ ਰੱਦ ਹੁੰਦੇ ਨੇ ਤਾਂ ਮੋਦੀ ਸਰਕਾਰ ਦੀ ਛਵੀ ਤੇ ਅਸਰ ਪਵੇਗਾ ਤੇ ਜੇਕਰ ਰੱਦ ਨਹੀਂ ਹੁੰਦੇ ਤਾਂ 2022 ਵਿੱਚ ਵਿਧਾਨ ਸਭਾ ਚੋਣਾਂ ਦੇ ਜਿੱਥੇ ਭਾਜਪਾ ਲਈ ਵੱਡੀ ਮੁਸੀਬਤ ਬਣ ਸਕਦੇ ਨੇ, ਉੱਥੇ ਹੀ ਭਾਜਪਾ ਨੂੰ ਹੁਣ ਮੰਥਨ ਦੀ ਵੀ ਜ਼ਰੂਰਤ ਹੈ ਤੇ ਇਸ ਮਸਲੇ ਤੇ ਜਲਦੀ ਕੋਈ ਨਾ ਕੋਈ ਹੱਲ ਕੱਢ ਸੰਘਰਸ਼ ਨੂੰ ਖਤਮ ਕਰਵਾਉਣ ਦੀ ਭਾਜਪਾ ਕੋਸ਼ਿਸ਼ ਕਰੇਗੀ। 1975 ਚ ਐਮਰਜੈਂਸੀ ਐਲਾਨੇ ਜਾਣ ਦੇ ਵਿਰੋਧ ਚ ਭਾਜਪਾ ਵੱਲੋਂ ਬੀਤੇ ਕੱਲ ਕਾਲਾ ਦਿਵਸ ਮਨਾਇਆ ਗਿਆ ਸੀ। ਇਸ ਦੌਰਾਨ ਬਟਾਲਾ ਚ ਭਾਜਪਾ ਆਗੂ ਨੂੰ ਕਿਸਾਨਾਂ ਨੇ ਮੂਹਰੇ ਲਗਾ ਜੰਮ ਕੇ ਦੌੜਾਂ ਕਢਾਈਆਂ। ਕਰ ਰਹੇ ਅੰਦਰ ਚੋਰ ਜਿਹੜੇ ਬੀਜੇਪੀ ਵਾਲੇ ਆ, ਉਹਨਾਂ ਦੀ ਮੀਟਿੰਗਾਂ ਨਹੀਂ ਹੋਣ ਦੇਣੀਆਂ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਬੀਜੇਪੀ ਵਾਲਿਆਂ ਨੂੰ ਕੋਈ ਵੀ ਅਸੀਂ ਪ੍ਰੋਗਰਾਮ ਨਹੀਂ ਕਰ ਦੇਣਾ ਕਿ ਕੋਈ ਵੀ ਗੱਲ ਜਿਹੜੀ ਆ ਉਹ ਬੈਠ ਕੇ ਹੱਲ ਹੁੰਦੀ ਹੈ, ਮਸਲੇ ਦਾ ਹੱਲ ਬੈਠ ਕੇ ਹੁੰਦਾ। ਤਸਵੀਰਾਂ ਬਟਾਲਾ ਦੇ ਭਾਜਪਾ ਦਫ਼ਤਰ ਦੇ ਬਾਹਰ ਦੀਆਂ ਨੇ, ਜਿੱਥੇ ਭਾਜਪਾ ਲੀਡਰਾਂ ਵੱਲੋਂ 25 ਜੂਨ 1975 ਮੌਕੇ ਐਲਾਨੀ ਗਈ ਐਮਰਜੈਂਸੀ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ ਜਾ ਰਿਹਾ ਸੀ। ਬੀਜੇਪੀ ਸਰਕਾਰ ਮੁਰਦਾਬਾਦ, ਕੁੱਤਿਆਂ ਦੀ ਸਰਕਾਰ ਮੁਰਦਾਬਾਦ, ਚੋਰਾਂ ਦੀ ਸਰਕਾਰ ਮੁਰਦਾਬਾਦ, ਜਿਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਭਾਜਪਾ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਲੀਡਰ ਸਾਹਿਬ ਗੱਡੀ ਚੁੱਕ ਮੌਕੇ ਤੋਂ ਜਾਨ ਬਚਾ ਫਰਾਰ ਹੋ ਗਏ। ਖੇਤੀ ਕਾਨੂੰਨਾਂ ਤੋਂ ਅੱਕੇ ਕਿਸਾਨਾਂ ਨੇ ਭਾਜਪਾ ਦਫ਼ਤਰ ਘੇਰ ਲਿਆ ਤੇ ਭਾਜਪਾ ਲੀਡਰਾਂ ਦੀ ਜੰਮ ਕੇ ਰੇਲ ਬਣਾਈ। ਭਾਜਪਾ ਲੀਡਰ ਅੰਦਰ ਕਾਲਾ ਦਿਵਸ ਮਨਾ ਰਹੇ ਸਨ ਤੇ ਬਾਹਰ ਕਿਸਾਨ ਨਾਅਰੇਬਾਜ਼ੀ ਕਰ ਰਹੇ ਸਨ। ਮੁਰਦਾਬਾਦ, ਚੋਰਾਂ ਦੀ ਸਰਕਾਰ ਮੁਰਦਾਬਾਦ, ਚੋਰਾਂ ਦੀ ਸਰਕਾਰ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਕਾਲੇ ਕਾਨੂੰਨ ਰੱਦ। ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਭਾਜਪਾ ਲੀਡਰਾਂ ਨੂੰ ਨੇਕ ਸਲਾਹ ਦਿੱਤੀ। ਦੇਖੋ ਕੀ ਕੁਝ ਕਿਹਾ। ਕਿਸਾਨ ਮਜ਼ਦੂਰ ਦੀਆਂ ਮਾਝਾ ਅੱਜ ਚੋਰ ਜਿਹੜੇ ਆ ਬੀਜੇਪੀ ਵਾਲੇ ਚੋਰ ਜਿਹੜੇ ਅੱਜ ਫਿਰ ਚੋਰੀ ਜਿਹੜੀ ਮੀਟਿੰਗ ਇੱਥੇ ਬਟਾਲੇ ਵਿੱਚ ਰੱਖੀ ਸੀ। ਸਹੀ ਐਕਸੀਅਨ ਦੇ ਦਫ਼ਤਰ ਦੇ ਵਿੱਚ ਅਸੀਂ ਉੱਥੇ ਧਰਨਾ ਲਾਇਆ ਸੀ ਕਿਉਂਕਿ ਜਿਹੜੀ ਸਪਲਾਈ ਆ ਮੋਟਰਾਂ ਦੀ ਟਿਊਬਲਾਂ ਦੀ ਨਹੀਂ ਮਿਲ ਰਹੀ ਪੂਰੀ। 8 ਘੰਟੇ ਸਪਲਾਈ ਹੈ, 4 ਜਾਂ 5 ਘੰਟੇ ਦੇਣ ਡੇ ਆ। ਹੁਣ ਇਹ ਮੀਟਿੰਗ ਕਰ ਰਹੇ ਅੰਦਰ ਚੋਰ ਜਿਹੜੇ ਬੀਜੇਪੀ ਵਾਲੇ ਆ, ਉਹਨਾਂ ਦੀ ਮੀਟਿੰਗਾਂ ਨਹੀਂ ਹੋਣ ਦੇਣੀਆਂ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਬੀਜੇਪੀ ਵਾਲਿਆਂ ਨੂੰ ਕੋਈ ਵੀ ਅਸੀਂ ਪ੍ਰੋਗਰਾਮ ਨਹੀਂ ਕਰ ਦੇਣਾ, ਚਾਹੇ ਉਹ ਚੋਰੀ ਕਰਨ ਚਾਹੇ ਸਾਦੀ ਕਰਨ। ਇਹਨਾਂ ਦਾ ਵਿਰੋਧ ਲਗਾਤਾਰ ਜਾਰੀ ਰਹੂਗਾ। ਉਧਰ ਭਾਜਪਾ ਲੀਡਰ ਨੇ ਕਿਹਾ ਕਿ ਬੋਲਣ ਦਾ ਸਭ ਨੂੰ ਅਧਿਕਾਰ ਹੋਣਾ ਚਾਹੀਦਾ ਹੈ। ਉਹਨਾਂ ਐਮਰਜੈਂਸੀ ਤੇ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਕਿਸਾਨਾਂ ਦੇ ਮਾਮਲੇ ਤੇ ਕਿਹਾ ਕਿ ਕਿਸਾਨਾਂ ਨਾਲ 11 ਦੌਰ ਦੀ ਗੱਲਬਾਤ ਹੋਈ ਹੈ ਪਰ ਹਾਲੇ ਤੱਕ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਅੱਜ 25 ਜੂਨ ਹੈ ਜੀ। ਅੱਜ ਦੇ ਦਿਨ ਇਸ ਦੇਸ਼ 'ਚ ਲੋਕਤੰਤਰ ਦੀ ਹੱਤਿਆ ਹੋਈ ਸੀਗੀ ਔਰ 1975 'ਚ ਇੰਦਰਾ ਗਾਂਧੀ ਨੇ ਇਸ ਦੇਸ਼ 'ਚ ਐਮਰਜੈਂਸੀ ਲਾਗੂ ਕੀਤੀ ਸੀਗੀ। ਉਹਨੂੰ ਆਪਾਂ ਭਾਰਤੀ ਜਨਤਾ ਪਾਰਟੀ ਦੇ ਲੋਕ ਕਾਲਾ ਦਿਵਸ ਦੇ ਰੂਪ 'ਚ ਮਨਾਉਂਦੇ ਹਾਂ ਔਰ ਅੱਜ ਆਪਾਂ ਉਹੀ ਕਾਲਾ ਦਿਵਸ ਪੂਰੇ ਪੰਜਾਬ 'ਚ ਪੂਰੇ ਦੇਸ਼ 'ਚ ਮਨਾ ਰਹੇ ਸੀਗੇ। ਉਸੇ ਉਪਲਕਸ਼ ਵਿੱਚ ਆਪਾਂ ਅੱਜ ਇੱਥੇ ਬਟਾਲਾ ਵਿੱਚ ਆਇਆ ਸੀਗਾ। ਮੈਂ ਬਟਾਲੇ ਦਾ ਪ੍ਰਭਾਰੀ ਹਾਂ ਅਤੇ ਬਟਾਲਾ 'ਚ ਆਪਾਂ ਉਹ ਸਾਰੇ ਪਰਿਵਾਰ ਜਿਹੜੇ ਐਮਰਜੈਂਸੀ 'ਚ 19 ਮਹੀਨੇ ਜੇਲ੍ਹਾਂ 'ਚ ਰਹੇ, ਉਹਨਾਂ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਆਏ ਸੀਗੇ। ਉਹਨਾਂ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਆਏ ਸੀਗੇ, ਉਹਨਾਂ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਆਏ ਸੀਗੇ। ਲੇਕਿਨ ਬੜਾ ਅਫਸੋਸ ਦੀ ਗੱਲ ਹੈ ਕਿ ਇੱਥੇ ਵੀ ਉਹਨਾਂ ਨੇ ਇਹਨੂੰ ਰਾਜਨੀਤਿਕ ਮੁੱਦਾ ਬਣਾਤਾ ਔਰ ਬਾਹਰ ਆ ਕੇ ਸਾਡਾ ਕਿਰਾਬ ਕਰਤਾ ਔਰ ਮੁਰਦਾਬਾਦ ਜਿੰਦਾਬਾਦ ਦੇ ਨਾਅਰੇ ਲਾਉਣ ਲੱਗ ਪਏ ਆ। ਮੈਂ ਪੱਤਰਕਾਰ ਮਿੱਤਰੋ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਕਿ ਤੁਹਾਨੂੰ ਬੋਲਣ ਦਾ ਅਧਿਕਾਰ ਹੈ। ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਲੇਕਿਨ ਮਰਦੇ ਦਮ ਤੱਕ ਤੁਹਾਡੇ ਬੋਲਣ ਦੇ ਅਧਿਕਾਰ ਦੀ ਰੱਖਿਆ ਕਰਦਾ ਰਹਾਂਗਾ
ਤੁਹਾਨੂੰ ਬੋਲਣ ਦਾ ਅਧਿਕਾਰ ਹੈ, ਤੁਹਾਨੂੰ ਬੋਲਣ ਦਾ ਅਧਿਕਾਰ ਮਿਲਣਾ ਚਾਹੀਦਾ। ਔਰ ਡਟ ਕੇ ਸਾਡੀ ਆਲੋਚਨਾ ਕਰੋ, ਡਟ ਕੇ ਸਾਡੇ ਵਿਰੋਧ 'ਚ ਬੋਲੋ, ਕੋਈ ਪ੍ਰੋਬਲਮ ਨਹੀਂ ਹੈ। ਲੋਕਤੰਤਰ ਇੱਦਾਂ ਹੀ ਚੱਲਦਾ ਹੈ। ਲੇਕਿਨ ਸਾਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ, ਸਾਨੂੰ ਮੀਟਿੰਗਾਂ ਨਹੀਂ ਕਰਨ ਦੇਣੀਆਂ, ਸਾਨੂੰ ਜਲਸੇ ਨਹੀਂ ਕਰਨ ਦੇਣੇ, ਸਾਨੂੰ ਜਲੂਸ ਨਹੀਂ ਕੱਢਣ ਦੇਣੇ। ਮਤਲਬ ਇਹ ਬਹੁਤ ਮਾੜੀ ਗੱਲ ਹੈ। ਮੈਂ ਆਪਣੇ ਉਹਨਾਂ ਮਿੱਤਰਾਂ ਨੂੰ ਕਹਿਣਾ ਚਾਹਾਂਗਾ ਜਿਹੜੇ ਵੀ ਇਸ ਗੱਲ 'ਤੇ ਗੁੰਮਰਾਹ ਨੇ ਕਿ ਕੋਈ ਵੀ ਗੱਲ ਜਿਹੜੀ ਆ ਉਹ ਬੈਠ ਕੇ ਹੱਲ ਹੁੰਦੀ ਹੈ, ਮਸਲੇ ਦਾ ਹੱਲ ਬੈਠ ਕੇ ਹੁੰਦਾ ਹੈ। ਤੇ 11 ਵਾਰ ਤੁਹਾਨੂੰ ਆਲਰੇਡੀ ਪਹਿਲਾਂ ਦਿੱਲੀ 'ਚ ਬੋਲਣ ਲਈ ਬੁਲਾਇਆ ਗਿਆ ਗੱਲਬਾਤ ਕਰਨ ਵਾਸਤੇ। ਤੁਹਾਡੀ ਨਹੀਂ ਗੱਲ ਮੁੱਕੀ ਤਾਂ ਉਹਦਾ ਦੂਜਾ ਤਰੀਕਾ ਹੈ ਕਿ ਸਾਨੂੰ ਵੋਟਾਂ ਨਾਲ ਹਰਾ ਦਿਓ, ਸਾਨੂੰ ਵੋਟਾਂ ਨਾਲ ਜਿਤਾ ਦਿਓ। ਇੱਕ ਡੈਮੋਕ੍ਰੇਸੀ ਤਰੀਕਾ ਨਾ ਕਿ ਅਗਰ ਤੁਸੀਂ ਸਾਡੇ ਨਾਲ ਸਹਿਮਤ ਨਹੀਂ, ਅਸੀਂ ਤੁਹਾਡੇ ਨਾਲ ਸਹਿਮਤ ਨਹੀਂ, ਸਾਡੀ ਗੱਲ ਮੁੱਕ ਨਹੀਂ ਰਹੀ। ਨਰਿੰਦਰ ਮੋਦੀ ਨੇ ਤਾਂ ਨਹੀਂ ਕਿਹਾ ਸੀਗਾ, ਕਿਸੇ ਜਥੇਬੰਦੀ ਨੇ ਡਿਮਾਂਡ ਨਹੀਂ ਸੀਗੀ ਕੀਤੀ ਕਿ 6000 ਰੁਪਇਆ ਮਹੀਨਾ ਜਿਹੜਾ ਸਾਲ ਦਾ ਉਹਨਾਂ ਦੇ ਖਾਤੇ 'ਚ ਪਾਇਆ ਜਾਏ। ਕਿਸੇ ਨੇ ਨਹੀਂ ਡਿਮਾਂਡ ਕੀਤੀ ਸੀਗੀ। 70 ਸਾਲ 'ਚ ਕਿਸੇ ਨੇ ਮੈਂ ਖੁਦ ਇੱਕ ਕਿਸਾਨ ਦਾ ਬੇਟਾ, ਮੈਂ ਖੁਦ ਕਈ ਮਾਰ ਕੇ ਆਨਾ, ਮੈਂ ਖੁਦ ਕੱਸੀ ਕਰਕੇ ਆਇਆ। ਉਧਰ ਪੁਲਿਸ ਨੇ ਮਾਹੌਲ ਵਿਗੜਦਾ ਦੇਖ ਭਾਜਪਾ ਲੀਡਰ ਨੂੰ ਮੌਕੇ ਤੋਂ ਕੱਢਿਆ। ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਨੇ ਭਾਜਪਾ ਲੀਡਰਾਂ ਤੇ ਕਿਸਾਨਾਂ ਦੋਵਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਅੱਜ ਇੱਥੇ ਬੀਜੇਪੀ ਵੱਲੋਂ ਜਿਹੜਾ ਇੱਕ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ, ਜਿਹੜਾ ਐਮਰਜੈਂਸੀ ਜਦੋਂ ਲੱਗੀ ਸੀਗੀ ਉਦੋਂ ਜਿਹੜੇ ਇਹਨਾਂ ਦੇ ਆਗੂ ਸੀਗੇ ਉਹਨਾਂ ਨੂੰ ਜਦੋਂ ਜੇਲ੍ਹ ਹੋਈ ਸੀਗੀ ਉਹਨਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਇੱਥੇ, ਜਿਹਦਾ ਕਰਕੇ ਕਿ ਬੀਜੇਪੀ ਦੇ ਜ਼ਿਲ੍ਹਾ ਅਹੁਦੇਦਾਰ ਤੇ ਹੋਰ ਵੀ ਉਹਨਾਂ ਦੇ ਸਮਰਥਕ ਇਕੱਠੇ ਹੋਏ ਸੀਗੇ। ਔਰ ਉਸੇ ਦੌਰਾਨ ਹੀ ਕਿਸਾਨ ਨੇਤਾ ਵੀ ਆਪਣੇ ਹੋਰ ਸਮਰਥਕਾਂ ਦੇ ਨਾਲ ਇੱਥੇ ਪਹੁੰਚੇ ਸੀਗੇ, ਜਿਨ੍ਹਾਂ ਨੇ ਆਪਣੀ ਜਿਹੜੇ 3 ਕਿਸਾਨ ਬਿੱਲ ਹੈਗੇ ਨੇ ਉਹਨਾਂ ਦੇ ਖਿਲਾਫ ਜੋ ਆਲਰੇਡੀ ਇੱਕ ਚੱਲ ਰਿਹਾ ਹੈਗਾ ਪ੍ਰੋਟੈਸਟ ਦਿੱਲੀ 'ਚ, ਉਹਦੇ ਰਿਗਾਰਡਿੰਗ ਉਹਨਾਂ ਨੇ ਪ੍ਰੋਟੈਸਟ ਕੀਤਾ ਇੱਥੇ। ਤੇ ਬੀਜੇਪੀ ਦਾ ਵੀ ਫੰਕਸ਼ਨ ਚੱਲ ਰਿਹਾ ਸੀਗਾ ਤੇ ਦੋਵੇਂ ਫੰਕਸ਼ਨ ਔਰ ਕਿਸਾਨ ਵੀ ਆਪਣਾ ਪ੍ਰੋਟੈਸਟ ਕਰਕੇ ਚਲੇ ਗਏ ਐਂਡ ਬੀਜੇਪੀ ਵਾਲੇ ਵੀ ਅਸੀਂ ਸੇਫਲੀ ਇੱਥੋਂ ਸਾਰੇ ਕੱਢ ਦਿੱਤੇ ਹੈਗੇ ਨੇ। ਕਿਸਾਨਾਂ ਨੇ ਗੱਡੀ ਦੇ ਮਗਰ ਭੱਜ ਕੇ ਵੀ ਉਹਨਾਂ ਦੇ ਸ਼ੀਸ਼ੇ ਵੀ ਭੰਨਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਨਹੀਂ ਇੱਥੋਂ ਕਿਸਾਨ ਤਾਂ ਇੱਕ ਤਾਂ ਸਾਈਡ ਤੇ ਹੋ ਗਏ ਸੀਗੇ, ਸਗੋਂ ਉਹਨਾਂ ਨੇ ਜਗ੍ਹਾ ਦਿੱਤੀ ਸੀਗੀ ਸਾਰਿਆਂ ਨੂੰ ਨਿਕਲਣ ਵਾਸਤੇ। ਅਸੀਂ ਸੇਫਲੀ ਸਾਰਿਆਂ ਨੂੰ ਕੱਢ ਵੀ ਦਿੱਤਾ ਸੀਗਾ, ਪਰ ਰਸਤੇ ਦੇ ਵਿੱਚ ਕਿਤੇ ਅੱਗੇ ਜਾ ਕੇ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਗੱਡੀ ਦੇ ਉੱਤੇ ਡੰਡਾ ਮਾਰਿਆ ਹੈਗਾ। ਕੋਈ ਕਾਰਵਾਈ ਕਰ ਰਹੇ ਹੋ? ਜੋ ਵੀ ਤੱਥ ਅੱਗੇ ਸਾਹਮਣੇ ਆਣਗੇ ਉਸ ਹਿਸਾਬ ਨਾਲ ਅਸੀਂ ਕਰਾਂਗੇ। ਮੈਡਮ, ਜਦੋਂ ਭਾਜਪਾ ਦੇ ਸਾਰੇ ਲੀਡਰਾਂ ਨੂੰ ਪਤਾ ਹੈ ਕਿ ਕਿਸਾਨ ਵਿਰੋਧ ਕਰ ਰਹੇ ਨੇ ਜਗ੍ਹਾ ਜਗ੍ਹਾ ਤੇ, ਪ੍ਰਸ਼ਾਸਨ ਕਿਉਂ ਨਹੀਂ ਉਹਨਾਂ ਨੂੰ ਐਸੀਆਂ ਮੀਟਿੰਗਾਂ ਕਰਨ ਤੋਂ ਰੋਕਦਾ? ਕਿਉਂਕਿ ਪ੍ਰਸ਼ਾਸਨ ਨੂੰ ਵੀ ਦਿੱਕਤ ਹੁੰਦੀ ਹੈ, ਲੋਕਾਂ ਨੂੰ ਵੀ ਦਿੱਕਤ ਹੁੰਦੀ ਹੈ। ਦੇਖੋ, ਪ੍ਰਸ਼ਾਸਨ ਤਾਂ ਇੱਥੇ ਸਾਰਿਆਂ ਦੀ ਸੇਫਟੀ ਵਾਸਤੇ ਹੀ ਹੈਗਾ ਹੈ। ਬੀਜੇਪੀ ਵਾਲੇ ਵੀ ਇੰਡੀਆ ਦੇ ਸਿਟੀਜ਼ਨ ਨੇ, ਅਸੀਂ ਉਹਨਾਂ ਦੀ ਸੇਫਟੀ, ਸਾਰਿਆਂ ਦੀ ਸੇਫਟੀ ਵਾਸਤੇ ਇੱਥੇ ਹੈਗੇ ਆ। ਹਰ ਇੱਕ ਨੂੰ ਹੱਕ ਹੈਗਾ ਹੈ ਕਿ ਪੀਸਫੁਲੀ ਆਪਣੀਆਂ ਮੀਟਿੰਗਸ ਕਰਨ, ਕਿਸਾਨਾਂ ਨੂੰ ਵੀ ਹੱਕ ਹੈ ਕਿ ਪੀਸਫੁਲੀ ਆਪਣਾ ਪ੍ਰੋਟੈਸਟ ਕਰਨ, ਤੇ ਸਾਨੂੰ ਤਾਂ ਦੋਵਾਂ ਧਿਰਾਂ ਨੂੰ ਹੀ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਪੀਸਫੁਲੀ ਆਪਣਾ ਕੰਮ ਕਰਕੇ ਤੇ ਆਪਣਾ ਜੋ ਵੀ ਇਹਨਾਂ ਦਾ ਹੈਗਾ ਆਪਣੇ ਘਰਾਂ ਨੂੰ ਜਾਣ। ਕਿਹੜੇ ਨੇਤਾ ਸ਼ਾਮਲ ਸਨ ਮੈਡਮ ਬੀਜੇਪੀ ਦੇ? ਬੀਜੇਪੀ ਦੇ ਸੀਗੇ ਜ਼ਿਲ੍ਹਾ ਪ੍ਰਧਾਨ ਸੀਗੇ ਰਕੇਸ਼ ਭਾਟੀਆ ਜੀ, ਤੇ ਉਹਨਾਂ ਦੇ ਨਾਲ ਸੀਗੇ ਹੀਰਾ ਵਾਲੀਆ ਤੇ ਹੋਰ ਬਾਕੀ ਉਹਨਾਂ ਦੇ ਸਮਰਥਕ ਸੀ। ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਿਸਾਨ ਸੰਘਰਸ਼ ਨੂੰ ਖਤਮ ਕਰ ਗੱਲਬਾਤ ਲਈ ਅੱਗੇ ਆਉਣ। ਉਹਨਾਂ ਖੇਤੀਬਾੜੀ ਮੰਤਰੀ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਰੱਦ ਤਾਂ ਨਹੀਂ ਹੋਣਗੇ, ਕਿਸਾਨ ਮਰਜ਼ੀ ਮੁਤਾਬਕ ਫੇਰ ਬਦਲ ਕਰਵਾ ਸਕਦੇ ਨੇ। ਖੇਤੀ ਕਾਨੂੰਨਾਂ ਨੇ ਪੰਜਾਬ ਭਾਜਪਾ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਭਾਜਪਾ ਸੂਬੇ ਵਿੱਚ ਜਿਉਂ ਹੀ ਸਰਗਰਮ ਹੋਣ ਦੀ ਕੋਸ਼ਿਸ਼ ਕਰਦੀ ਹੈ, ਕੋਈ ਨਾ ਕੋਈ ਵਿਪਤਾ ਆਣ ਪੈਂਦੀ ਹੈ। ਅੰਮ੍ਰਿਤਸਰ ਵਿਖੇ ਭਾਜਪਾ ਨੇਤਾ ਸ਼ਵੇਤ ਮਲਿਕ ਪ੍ਰੈਸ ਕਾਨਫਰੰਸ ਕਰਨ ਪਹੁੰਚੇ, ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਵੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ ਸੀ ਕਿ ਖੇਤੀ ਸੁਧਾਰ ਕਾਨੂੰਨ ਕਿਸੇ ਵੀ ਕੀਮਤ ਵਿੱਚ ਰੱਦ ਨਹੀਂ ਹੋਣਗੇ ਅਤੇ ਕਿਸਾਨ ਇਹਦੇ ਵਿੱਚ ਜੋ ਵੀ ਬਦਲਾਅ ਕਰਨਾ ਚਾਹਣ ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਨੇ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਸਰਕਾਰ ਨੇ ਕਈ ਵਾਰ ਕਿਸਾਨਾਂ ਨਾਲ ਮੀਟਿੰਗ ਕਰ ਇਸ ਮਸਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸਾਨ ਆਪਣੀ ਇੱਕੋ ਗੱਲ ਤੇ ਅੜੇ ਹੋਏ ਨੇ। ਉਹਨਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ 10 ਮੈਂਬਰੀ ਕਮੇਟੀ ਬਿਠਾ ਕੇ ਇਹਨਾਂ ਬਿੱਲਾਂ ਦੇ ਉੱਤੇ ਇੱਕ ਵਾਰ ਚਰਚਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਵੀ ਕਿਸਾਨ ਮੰਨਣ ਨੂੰ ਤਿਆਰ ਨਹੀਂ। ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੂੰ ਨਰਿੰਦਰ ਮੋਦੀ ਦੇ ਕੰਮ ਤੋਂ ਕਾਫੀ ਜਲਨ ਮਹਿਸੂਸ ਹੁੰਦੀ ਹੈ, ਉਹ ਇਸ ਅੰਦੋਲਨ ਨੂੰ ਖਤਮ ਹੋਣ ਨਹੀਂ ਦੇਣਾ ਚਾਹੁੰਦੇ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਆਰਥਿਕ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਨੂੰ ਖਤਮ ਹੋਣ ਦਾ ਕਈ ਉਪਰਾਲੇ ਕੀਤੇ ਗਏ। ਉਸੇ ਤਰ੍ਹਾਂ
ਭਾਰਤ ਦੀ ਜਿਹੜੀ ਇੱਜ਼ਤ ਨੂੰ ਬਚਾਉਣ ਲਈ 370 ਦੀ ਧਾਰਾ ਖਤਮ ਕੀਤੀ ਗਈ। ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਬਣਾਇਆ ਗਿਆ। ਉਸੇ ਤਰ੍ਹਾਂ ਮਹਿਲਾ ਸ਼ਕਤੀ ਦੇ ਖਿਲਾਫ 370 ਦੀ ਜਿਹੜੀ ਟ੍ਰਿਪਲ ਤਲਾਕ ਦੀ ਜਿਹੜੀ ਇੱਕ ਕਾਲਾ ਕਾਨੂੰਨ ਸੀਗਾ, ਉਹ ਟ੍ਰਿਪਲ ਤਲਾਕ ਦਾ ਕਾਲਾ ਕਾਨੂੰਨ ਵੀ ਸਾਡੀ ਸਰਕਾਰ ਨੇ ਖਤਮ ਕੀਤਾ। ਸੋ ਮੈਂ ਕਿਸਾਨਾਂ ਦੇ ਕਾਨੂੰਨ ਬਾਰੇ ਇਹ ਕਹਿਣਾ ਕਿ ਕਿਸਾਨਾਂ ਦੇ ਕਾਨੂੰਨ ਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਜੀ, ਸਾਡੇ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਜੀ, ਉਹਨਾਂ ਨੇ ਖੁੱਲ੍ਹਾ ਨਿਮੰਤਰਣ ਦਿੱਤਾ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ, ਕਾਨੂੰਨਾਂ ਨੂੰ ਅਮੈਂਡ ਕੀਤਾ ਜਾ ਸਕਦਾ ਹੈ। ਇਹਦੇ ਲਈ 1.5 ਸਾਲ ਦਾ ਟਾਈਮ ਵੀ ਉਹਨਾਂ ਨੇ ਕਹਿ ਦਿੱਤਾ ਕਿ ਜਿੱਦਾਂ ਅਮੈਂਡਮੈਂਟਸ ਹੁੰਦੀਆਂ ਹੀ ਨੇ ਕਾਨੂੰਨਾਂ ਵਿੱਚ। ਮੈਂ ਰਾਜ ਸਭਾ ਪਾਰਲੀਮੈਂਟ ਹੀ ਜਾਂ ਲੋਕ ਸਭਾ ਰਾਜ ਸਭਾ ਦੇ ਵਿੱਚ ਹਰ ਕਾਨੂੰਨ ਜਿਸ ਤਰ੍ਹਾਂ ਸਮੇਂ ਆਉਂਦਾ ਅਮੈਂਡ ਹੁੰਦਾ ਹੈ। ਖੁੱਲ੍ਹਾ ਨਿਮੰਤਰਣ ਸਰਕਾਰ ਨੇ ਇੰਨਾ ਖੁੱਲ੍ਹਾ ਦਿਲ ਦਿਖਾਇਆ ਕਿ 1.5 ਸਾਲ ਆਓ, ਸਿਰ ਜੋੜ ਲਈਏ। 5 ਮੈਂਬਰੀ ਕਮੇਟੀ ਤੁਸੀਂ ਬਣਾ ਲਓ, 5 ਮੈਂਬਰੀ ਕਮੇਟੀ ਅਸੀਂ ਬਣਾ ਲੈਂਦੇ ਆ, ਔਰ ਇਹਦੀ ਮੈਨੂੰ ਗੱਲ ਪੂਰੀ ਕਰ ਦਿਓ ਜੀ। 10 ਮੈਂਬਰਾਂ ਦੇ ਨਾਲ ਆਓ ਚਿੰਤਨ ਕਰੀਏ, ਸਿਰ ਜੋੜੀਏ, ਔਰ ਇਹ ਕਾਨੂੰਨਾਂ ਦੇ ਉੱਤੇ ਜੋ ਅਮੈਂਡਮੈਂਟ ਕਰਾਉਣਾ ਚਾਹੁੰਦੇ ਉਹ ਕਰਾ ਲੈਂਦੇ ਆ, ਔਰ ਉਹ ਕਾਨੂੰਨ ਫਾਈਨਲ ਜਿਹੜਾ ਹੋਏਗਾ ਉਹ ਲਾਗੂ ਕਰਾਂਗੇ। ਪਰ ਇਹ ਕਿਸਾਨਾਂ ਨੂੰ ਮੈਂ ਬੇਨਤੀ ਕਰਾਂਗਾ ਜੀ ਕਿ ਨਫ਼ਰਤ ਤੇ ਗੁੱਸੇ ਦੀ ਰਾਜਨੀਤੀ ਜਿਹੜੀ ਹੈ ਉਹਨੂੰ ਛੱਡ ਦਿਓ, ਜ਼ਿੱਦ ਦੀ ਰਾਜਨੀਤੀ ਜਿਹੜੀ ਹੈ ਉਹਨੂੰ ਛੱਡ ਦਿਓ। ਕੁਝ ਵਿਪਕਸ਼ੀ ਪਾਰਟੀਆਂ ਜਿਹਦੇ ਵਿੱਚ ਕਿ ਕਾਂਗਰਸ ਵੀ ਹੈ, ਜਿਹਦੇ ਵਿੱਚ ਕਿ ਆਮ ਆਦਮੀ ਪਾਰਟੀ ਵੀ ਹੈ, ਜਿਹਦੇ ਵਿੱਚ ਕਿ ਮਮਤਾ ਬੈਨਰਜੀ ਵੀ ਨੇ, ਸਾਰੀਆਂ ਹੀ ਵਿਪਕਸ਼ੀ ਪਾਰਟੀਆਂ ਜਿਨ੍ਹਾਂ ਨੂੰ ਮੋਦੀ ਜੀ ਦੇ ਵਿਸ਼ਵ ਵਿਆਪੀ ਨੇਤਾ ਬਣਨ ਦੇ ਨਾਲ, ਮੋਦੀ ਜੀ ਦੀ ਉਪਲਬਧੀਆਂ ਦੇ ਨਾਲ ਦੇਸ਼ ਨੇ ਹਾਸ਼ੀਏ ਤੇ ਕਰਤਾ ਹੈ, ਉਹ ਇਸ ਅੰਦੋਲਨ ਦਾ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ, ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਦੇਸ਼ ਦੇ ਹਿੱਤ ਦੇ ਵਿੱਚ ਬਾਜ਼ ਆਉਣ ਔਰ ਐਸਾ ਕੰਮ ਨਾ ਕਰਨ। ਕਿਸਾਨਾਂ ਨੂੰ ਮੈਂ ਫਿਰ ਬੇਨਤੀ ਕਰਾਂਗਾ ਕਿ ਉਹ ਵਾਰਤਾ ਦੇ ਟੇਬਲ ਤੇ ਆਉਣ, ਜ਼ਿੱਦ ਛੱਡਣ ਰੱਦ ਕਰਨ ਦੀ, ਕਿਉਂਕਿ ਕਾਨੂੰਨ ਸੰਖਿਆ ਨਾਲ ਰੱਦ ਨਹੀਂ ਹੋਇਆ ਕਰਦੇ, ਅਮੈਂਡ ਹੋਇਆ ਕਰਦੇ ਨੇ। ਸੋ ਸਾਡੇ ਵੱਲੋਂ ਪੂਰਾ ਉਹਨਾਂ ਨੂੰ ਇਨਵੀਟੇਸ਼ਨ ਹੈ ਭਾਰਤ ਦੀ ਸਰਕਾਰ ਵੱਲੋਂ, ਨਰਿੰਦਰ ਮੋਦੀ ਜੀ ਸਰਕਾਰ ਵੱਲੋਂ, ਕਿ ਸਨਮਾਨੀਏ ਕਿਸਾਨ, ਇਹ ਅੰਨਦਾਤਾ ਸਾਡੀ ਟੇਬਲ ਤੇ ਆਉਣ, ਵਾਰਤਾ ਸ਼ੁਰੂ ਹੋਏ, ਔਰ ਇਹਦੇ ਤੇ ਜੋ ਅਮੈਂਡਮੈਂਟਸ ਕਰਾਉਣਾ ਚਾਹੁੰਦੇ ਨੇ ਉਹ ਅਮੈਂਡਮੈਂਟਸ ਜਿਹੜੀਆਂ ਉਹ ਕਰਵਾ ਸਕਣ। ਇਸ ਹਨ ਹੁਣ ਤੱਕ ਦੀਆਂ ਖਬਰਾਂ। ਤਾਜ਼ਤਰੀਨ ਖਬਰਾਂ ਲੈ ਕੇ ਫਿਰ ਮਿਲਾਂਗੇ। ਦੇਖਦੇ ਰਹੋ ਚੱਕਤੇ ਟੀਵੀ। ਸਤਿ ਸ਼੍ਰੀ ਅਕਾਲ।